ਵਿੱਚ ਵੀ ਤੂੰ ਹੀ ਐ, ਜਲ ਥਲ ਮਈਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਇਸ ਤਰ੍ਹਾਂ ਇਹ ਸਰਗੁਣ ਵਿੱਚ ਚਲਿਆ ਜਾਂਦਾ ਜੀਵ। ਦੇਖ ਕੇ ਉਪਾਸਨਾ ਕਰਨੀ, ਸਾਰਿਆਂ ਵਿੱਚ ਸਭਨਾਂ ਵਿੱਚ ਦੇਖਣਾ ਵਾਹਿਗੁਰੂ ਨੂੰ, ਜੀਵਾਂ ਵਿੱਚ ਦੇਖਣਾ, ਪੰਛੀਆਂ ਵਿੱਚ ਦੇਖਣਾ, ਪਸ਼ੂਆਂ ਵਿੱਚ ਦੇਖਣਾ, ਕੀੜਿਆਂ ਕਿਰਮਾਂ ਵਿੱਚ ਦੇਖਣਾ। ਜਿਵੇਂ ਭਾਈ ਮੀਹਾਂ ਜੀ ਦਾ ਪ੍ਰਸੰਗ ਆਇਆ ਸੀ 9ਵੇਂ ਪਾਤਸ਼ਾਹ ਵਾਲੇ ਧਮਧਾਨ ਸਾਹਿਬ, ਮਾਤਾ ਨਾਨਕੀ ਜੀ ਨੇ ਦੇਖਿਆ ਵੀ ਸਿਰ ਤੋਂ ਪਾਣੀ ਲਾ ਕੇ ਜਦੋਂ ਪਾਇਆ ਉਹਨੇ ਵੱਡੇ ਘੜੇ ਵਿੱਚ, ਉਹ ਇੱਕ ਤੇ ਸਿਰ ਤੋਂ ਜਿਹੜਾ ਬਿੰਨੂ ਜਿਹਾ ਬੰਨਿਆ ਉਹ ਡਿੱਗ ਪਿਆ ਥੱਲੇ, ਵੀ ਕਈ ਕੀੜੇ ਡਿੱਗ ਪਏ ਥੱਲੇ। ਉਹ ਕੀੜੇ ਚੁੱਕ ਕੇ ਫੇਰ ਸਿਰ 'ਚ ਰੱਖ ਲਏ ਉਹਨੇ ਆਪਣੇ। ਮਾਤਾ ਜੀ ਕਹਿੰਦੇ ਪੁੱਤਰ ਇਹ ਕੀ ਕੀਤਾ ਤੂੰ, ਇਹ ਕੀੜੇ ਕਿੱਥੋਂ ਨਿਕਲੇ? ਕਹਿੰਦੇ ਮਾਤਾ ਜੀ ਬਸ ਇਹ ਹੁਣ ਮੈਂ ਕੀ ਕਰਾਂ, ਜੇ ਮੈਂ ਇਹਨੂੰ ਸਿੱੜ ਦਿਆਂਗਾ ਨਾ ਇਹ ਵਿਚਾਰੇ ਮਰ ਜਾਣਗੇ। ਹੁਣ ਤਾਂ ਮੇਰੇ ਸਿਰ 'ਚੋਂ ਮਾਸ ਖਾ ਖਾ ਕੇ ਜਿਉਂਦੇ ਨੇ ਇਹ, ਇਹਨਾਂ 'ਚ ਵੀ ਮਾਤਾ ਜੀ ਰੱਬ ਹੀ ਆ ਜੀ। ਮਾਤਾ ਨਿਹਾਲ ਹੋ ਗਈ, ਖੁਸ਼ ਹੋ ਗਏ, ਕਹਿੰਦੇ ਵਾਹ ਬਈ ਭਗਤਾ। ਮਹਾਰਾਜ 9ਵੇਂ ਪਾਤਸ਼ਾਹ ਆਏ, ਕਹਿੰਦੇ ਮਹਾਰਾਜ ਆਹ ਸਿੱਖ ਤਾਂ ਇੰਨੀ ਅਵਸਥਾ ਵਿੱਚ ਬਣਿਆ ਬੈਠਾ। ਅੱਛਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਬੜਾ ਮਹੰਤ ਬਣੇਗਾ ਤੂੰ, ਆ ਤੇਰੇ ਸਿਰ ਦੇ ਜਿੰਨੇ ਕੀੜੇ ਆ ਨਾ ਇਹ ਸਭ ਤੇਰੇ ਚੇਲੇ ਬਣਨਗੇ, ਫਿਰ ਇਹ ਤੇਰੇ ਨਾਲ ਹੀ ਤਰਨਗੇ। ਸੋ ਐਸਾ ਹੈ ਕਿ ਸਾਰਿਆਂ ਅੰਦਰ ਹੀ ਬ੍ਰਹਮ ਨੂੰ ਦੇਖਣਾ, ਦਿਖਦੀਆਂ ਚੀਜ਼ਾਂ ਵਿੱਚ ਬ੍ਰਹਮ ਨੂੰ ਦੇਖਣਾ ਹੀ ਸਰਗੁਣ ਦੀ ਉਪਾਸਨਾ ਹੈ। ਅਹੰਗ ਬ੍ਰਹਮਸਮੀ ਚਿੰਤਨ ਕਿਵਾ, ਨਿਰਗੁਣ ਉਪਾਸ ਭਾਵੇ ਕਪੀਨ। ਹੁਣ ਨਿਰਗੁਣ ਦੀ ਉਪਾਸਨਾ ਦੱਸਦੇ ਨੇ, ਕਹਿੰਦੇ ਅਹੰ ਬ੍ਰਹਮਸਮੀ, ਮੈਂ ਹੀ ਬ੍ਰਹਮ ਹਾਂ। ਇਹ ਚਿੰਤਨ ਜਿਹੜਾ ਕਰਨਾ ਹੈ ਕਿਵੇਂ, ਕਹਿੰਦੇ ਕਿਵੇਂ ਨਿਰਗੁਣ ਦੀ ਉਪਾਸਨਾ ਹੈ, ਇੱਕੋ ਭਾਵ 'ਚ ਭਿੱਜ ਜਾਣਾ ਕਿ ਸਾਰੇ ਕਿਤੇ ਬ੍ਰਹਮ ਨੂੰ ਦੇਖਣਾ, ਦਿਖਦੀਆਂ ਚੀਜ਼ਾਂ 'ਚ ਨਹੀਂ ਪਰਚਣਾ। ਉੱਥੇ ਉਹ ਨਿਕਲ ਜਾਂਦੇ ਨੇ, ਉਹ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਇਹਨਾਂ 'ਚੋਂ ਨਿਕਲ ਜਾਂਦੇ ਨੇ। ਮਿਥਿਆ ਤਨ ਤਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਇਸ ਕਰਕੇ ਆਪਣੀਆਂ ਅੱਖਾਂ ਦੇ ਨਾਲ ਜੋ ਦਿਖਦੇ 'ਚ ਪਹਿਲਾਂ ਸਰਗੁਣ ਨੂੰ ਦੇਖਦੇ ਸੀ ਹੁਣ ਮਿਟ ਗਿਆ। ਹੁਣ ਸਿਰਫ ਇੱਕ ਬ੍ਰਹਮ ਹੀ ਬ੍ਰਹਮ ਹੈ। ਉਹ ਕਿਵੇਂ? ਜਿਹੜੀ ਮੇਰੀ ਆਤਮਾ ਹੈ ਇਹੀ ਬ੍ਰਹਮ ਹੈ, ਮੈਂ ਹੀ ਪਰਮੇਸ਼ਰ ਹਾਂ। ਇਹ ਇੱਕ ਅਵਸਥਾ ਵਿੱਚ ਜਾ ਕੇ ਬਣਦਾ, ਪਹਿਲਾਂ ਹੀ ਨਹੀਂ ਕਹਿਣ ਲੱਗ ਜਾਣਾ। ਇਹ ਭਾਈ ਮਰਦਾਨਾ ਜੀ ਨੇ ਮਹਾਰਾਜ ਦੀ ਰੀਸ ਕਰਕੇ ਪਹਿਲਾਂ ਹੀ ਕਹਿਤਾ ਸੋਹੰਗ ਸੋਹੰਗ, ਫਿਰ ਉਹ ਪਾਣੀ 'ਚ ਵੀ ਡੁੱਬ ਗਿਆ ਸੀ। ਇਹ ਤਾਂ ਇੱਕ ਅਵਸਥਾ ਵਿੱਚ ਜਾ ਕੇ ਕਹਿਣਾ ਆਪਾਂ ਨੇ। ਇਹ ਤਾਂ ਵੈਸੇ ਸਮਝਾ ਰਹੇ ਨੇ ਕਿ ਇਸ ਤਰ੍ਹਾਂ ਅਵਸਥਾ ਬਣ ਜਾਂਦੀ ਹੈ। ਸਵਈਆ ਛੰਦ ਆਕਾਰ ਉਕਾਰ ਮਕਾਰ ਨਾਦ ਵਿਦ ਹਰ ਸ਼ਿਵ ਕਿ ਸਦਾ ਸ਼ਿਵ ਜਾਨ। ਹੁਣ ਇਹਦਾ ਪਖਿਅੰਤਰ ਦੱਸਦੇ ਨੇ, ਕਹਿੰਦੇ ਇਹ 3 ਪ੍ਰਕਾਰ ਦਾ, ਜਿਵੇਂ ਤੁਹਾਨੂੰ ਦੱਸਿਆ ਨਾ ਉਪਾਸਨਾ ਦੱਸੀ ਹੈ, ਸਰਗੁਣ ਦੀ ਉਪਾਸਨਾ, ਨਿਰਗੁਣ ਦੀ ਉਪਾਸਨਾ। ਇਹਨਾਂ ਨੂੰ ਇੱਕ ਹੋਰ ਢੰਗ ਨਾਲ ਵੀ ਕਹਿੰਦੇ ਨੇ, ਕਹਿੰਦੇ ਉਹ ਵੀ ਸੁਣ ਲਓ। ਉਹ ਕਿਵੇਂ ਕਹਿੰਦੇ ਨੇ? ਕਹਿੰਦੇ ਨੇ ਜਿਵੇਂ ਆਕਾਰ ਉਕਾਰ ਤੇ ਮਕਾਰ, ਆ ਓ ਮ, ਆਪਾਂ ਜਿਵੇਂ ਕਹਿੰਦੇ ਆ ਇੱਕ ਓੰਕਾਰ ਵਿੱਚ ਮਾਤਰਾ ਆ ਜਾਂਦੀ ਆ ਓ ਮ, ਤੇ ਉਹਦੇ ਉੱਤੇ ਬਿੰਦੀ ਆ ਜਾਂਦੀ ਹੈ, ਜਾਂ ਉਹਦੇ ਉੱਤੇ ਆਕਾਰ ਆ ਜਾਂਦੀ, ਕਾਰ ਆ ਜਾਂਦੀ ਹੈ। ਪਹਿਲਾਂ ਦੂਸਰੇ ਮਤ ਦਾ ਦੱਸ ਕੇ ਫਿਰ ਆਪਣਾ ਦੱਸਣਗੇ ਬਾਅਦ ਵਿੱਚ। ਕਹਿੰਦੇ ਇਉਂ ਕਰਦੇ ਨੇ, ਆਕਾਰ ਉਕਾਰ ਤੇ ਮਕਾਰ ਜਿਹੜਾ ਓਮ ਦਾ ਜਾਪ ਹੈ, ਉਹਦੇ ਉੱਤੇ ਜਿਹੜਾ ਨਾ ਨਾਦ ਬਿੰਦ, ਉਹਦੇ ਉੱਤੇ ਬਿੰਦੀ ਲੱਗੀ ਹੋਈ ਹੈ। ਵਿਦ ਵਿਧਾਤਾ, ਇਹ ਵਿਸ਼ਨੂੰ ਸ਼ਿਵ ਜੀ, ਇਹਨਾਂ ਸਾਰਿਆਂ ਨੂੰ ਕਿ ਸਦਾ ਸ਼ਿਵ। ਇੱਥੇ ਸਦਾ ਸ਼ਿਵ ਦਾ ਅਰਥ ਹੈ ਅਕਾਲ ਪੁਰਖ ਕਲਿਆਣ ਸਰੂਪ। ਉਹ ਜਿਹੜਾ ਆਉਂਦਾ ਨਾ ਨਿਰੰਕਾਰ ਕਾ ਚਿੰਤਨੈ ਭਿਵ, ਮਹਾਦੇਵ ਕੋ ਕਹਿਤ ਸਦਾ ਸ਼ਿਵ। ਇਹ ਗਲਤੀ ਨਾਲ ਲੋਕ ਮਹਾਦੇਵ ਜੀ ਨੂੰ ਹੀ ਸ਼ਿਵ ਕਹਿੰਦੇ। ਸ਼ਿਵ ਹੁੰਦਾ ਕਲਿਆਣ ਸਰੂਪ ਵਾਹਿਗੁਰੂ। ਇਉਂ ਇਹਨਾਂ ਦੋਨਾਂ ਦਾ ਭੁਲੇਖਾ ਮਨ ਚੋਂ ਦੂਰ ਕਰ ਦਿਓ। ਦੇਹ ਸ਼ਿਵਾ ਬਰ ਮੋਹੇ, ਇਹ ਹੈ ਸ਼ੁਭ ਕਰਮਨ ਤੇ ਕਬ ਹੋ ਨਾ ਟਰੋ। ਉਹ ਦੇਹ ਸ਼ਿਵਾ ਅਕਾਲ ਪੁਰਖ ਨੂੰ ਆਖਿਆ ਹੈ। ਇੱਥੇ ਹੁਣ ਇਹ ਗੱਲ ਕਲੀਅਰ ਹੁੰਦੀ, ਜੇ ਆਪਾਂ ਨਾ ਸੁਣੀਏ ਨਾ ਫਿਰ ਆਪਾਂ ਨੂੰ ਇਹ ਨਹੀਂ ਪਤਾ ਲੱਗਣਾ। ਆਪਾਂ ਕਹਿੰਦੇ ਨਹੀਂ ਮਹਾਰਾਜ ਨੇ ਸ਼ਿਵ ਜੀ ਨੂੰ ਕਿਹਾ। ਆ ਜਿਹੜੇ ਕੋਈ ਹਿੰਦੂ ਵੀਰ ਹੈ ਕਹਿੰਦੇ ਨੇ ਮਹਾਰਾਜ ਨੇ ਸ਼ਿਵ ਜੀ ਨੂੰ ਅਰਦਾਸਾਂ ਕੀਤੀਆਂ ਨੇ। ਨਹੀਂ, ਤੁਸੀਂ ਵੀ ਸੁਣ ਲਓ, ਤੁਹਾਡਾ ਹੀ ਵਿਦਾਂਤ ਹੈ ਇਹ। ਵਿਦਾਂਤ ਵਿੱਚ ਇਹ ਗੱਲ ਸਮਝਾਈ ਹੋਈ ਹੈ ਕਿ ਵਿਦ ਵਿਧਾਤਾ ਤੇ ਹਰ ਵਿਸ਼ਨੂੰ ਤੇ ਸ਼ਿਵ ਕਿ ਸਦਾ ਸ਼ਿਵ ਜਾਨ। ਇਹਨਾਂ ਆਕਾਰ ਉਕਾਰ ਮਕਾਰ ਤੇ ਨਾਦ ਬਿੰਦ
ਇਹਨਾਂ ਤਿੰਨਾਂ ਨੂੰ शिव जी ब्रह्मा होना नू इन्हां सारियां नू की जानना सदा शिव कल्याण स्वरूप जानना इन्हां दी आकार नू मिटा देना मन चों आकार मिटा के ये देखना कि ये भी वाहिगुरु ही है सब गोबिंद है सब गोबिंद है गोबिंद बिन नहीं कोई किते तो महाराज इउं कहंदे ने कि वाहिगुरु सब कुछ तू ही होई है क्योंकि तू ही सारे रूप धारण कीते ने सब कुछ तुसी आप ही करने वाले हो जी चित अप तेज वायु नभ रब सस पुरख सा एतत आत्म मान। इस प्रकार कहने धरती जिहड़ी है इसी प्रकार जिहड़ी है वायु है अग्नि है पानी है आकाश है सूरज है चंद्रमा है पुरख इत्थे ईश्वर का नाम है पुरख ते प्रकृति तो एतत आत्म मान इन्हां सारियां चीज़ां नूं अपना ही आत्मा मनना कि ये जिवें मेरे अंदर आत्मा है आत्मा मन के उन्हां दी उपासना करनी सारियां चीज़ां विच जिवें मेरे विच जिहड़ी जोत काम करदी है उही जोत सूरज विच है उही चंद्रमा विच है उही तारियां विच है उही अग विच है उही जोत धरती विच है इउं जान के ब्रह्म की उपासना करनी कि सारियां दे विच मैं ही हाँ इउं उपासना जिहड़ी है सरगुण की उपासना वो मेरे विच ब्रह्म है मैं सारियां विच हाँ जदों आकर के गंधारी ने कृष्ण जी नूं कहा सी रो रो के तुसी मेरा 100 पुੱਤ मार दिता तीर मार मार के मेरे पुत्र मार दिते इन्नी दुनिया मार दिती तो उदों कृष्ण जी ने कहा सी नहीं माता वो जिन्ने तीर वजे ने तेरे पुत्रा नूं तां जां दूजियां नूं वो सारे मैनू ही वजे ने क्योंकि मैं आत्मा हाँ मैं सारिਆਂ ਦੇ ਵਿੱਚ व्यापक हाँ इस करके उन्होंने इस चीज़ ਨੂੰ देखिया होया सी ਇਹ ਇੱਕ ਉਪਾਸਨਾ ਹੁੰਦੀ ਵੱਖਰੇ ਕਿਸਮ ਦੀ ਇਹ ਆਪਾਂ ਕਰ ਸਕਦੇ ਹਾਂ ਕਿ ਸਾਰਿਆਂ ਵਿੱਚ ਮੈਂ ਆ ਵੀ ਜਿਵੇਂ ਦੂਜੇ ਨੂੰ ਭੁੱਖ ਲੱਗੀ ਆ ਉਵੇਂ ਮੈਨੂੰ ਲੱਗੀ ਆ ਜੇ ਮੇਰੇ ਕੋਲ ਇੱਕ ਰੋਟੀ ਲੈ ਪਈ ਅੱਧੀ ਤੂੰ ਖਾ ਲੈ ਤੈਨੂੰ ਵੀ ਭੁੱਖ ਲੱਗੀ ਹੋਣੀ ਆ ਤੇ ਜੇ ਆਪਾਂ ਕਹੀਏ ਨਹੀਂ ਸਾਡਾ ਹੀ ਢਿੱਡ ਭਰਨਾ ਚਾਹੀਦਾ ਦੂਜੇ ਦਾ ਤਾਂ ਭਰਨਾ ਹੀ ਨਹੀਂ ਚਾਹੀਦਾ ਤੇ ਭਾਵੇਂ ਹੋਰ ਦੁਨੀਆ ਭੁੱਖੀ ਮਰਦੇ ਮਰੇ ਸਾਨੂੰ ਕੀ ਇਹ ਹੁੰਦੀ ਆਮ ਦੁਨੀਆ ਦੀ ਗੱਲ ਪਰ ਜਿਹੜੇ ਇਸ ਉਪਾਸਨਾ ਵਿੱਚ ਬੈਠੇ ਨੇ ਉਹ ਕਹਿੰਦੇ ਪਹਿਲਾਂ ਦੂਜਿਆਂ ਨੂੰ ਛਕਾਓ ਭਾਈ ਫਿਰ ਬਾਅਦ ਵਿੱਚ ਆਪ ਛਕੋ ਭਾਈ ਇਸ ਕਰਕੇ ਉਹ ਦੂਜਿਆਂ ਵਿੱਚ ਬ੍ਰਹਮ ਨੂੰ ਦੇਖਦੇ ਹਨ ਏਕੇ ਉਪਾਸ਼ੈ ਅਰ ਕਰ ਉਪਾਸਨਾ ब्रह्म आत्मा एक समान। तो कहते ने एक उपास्य है ते एक उपासना करन वाला है दो ने ते उपास्य कौन है ब्रह्म है ते उपासक कौन है आत्मा है इन दोहां नूं एक करके जिहड़ा करदा वो उपासे उहनूं कहंदे ने इस करके एक तां परमात्मा हो गया एक आत्मा ये दो चीज़ां हो गईयां एक इन्हां दोनां नूं एक करके जानन वाला सो जिवें आसा दी वार दे विच महाराज ने उच्चारण तां कीता है सो इस प्रकार दे नाल सतगुरु महाराज कहने जिथे जा करके सतगुरु जी ने बचन कर दिता कि मेरे विच ते अकाल पुरख विच सारियां विच जिहड़ा एक जोत नूं देखदा है अपने विच जोत नूं देखदा है वो यही तां उपासना कर रहा है जिहड़ा ये कहंदा कि आत्मा ते परमात्मा दोवें एक ने वो तीजा जिहड़ा मैं आ इन्हां दोनों नूं एक करके देखण वाला इहनूं कहंदे ने एक उपास्य और कर उपासना ब्रह्म आत्मा एक समान ये दोनों इको समान हन एक प्रतीक उपासना किवा सो एक प्रकार दी जिहड़ी ना एक प्रतीक उपासना हुंदी है ये प्रतीक उपासना जा करके इहदी भी सोझी दिंदे ने अगे होर पंक्ति बोलणगे कहे अपर सुनिए दे कान प्रतीक उपासना हुंदी कहंदे होर जिहड़ा ना कान दे के ध्यान दे नाल इस नूं सुनना करो अथवा विलै आकार उकारे विलै उकार मकार मजार हुण एक होर दूसरे प्रकार दी उपासना एक तां आपां उपासना पहिलां सुनी सीगी जिहड़ी आपां ने उपासना कीती फिर सरगुण दी सुनी ਹੁਣ ਆਪਾਂ ਵਿਲੇ ਕਰਨਾ ਸਾਰੀਆਂ ਚੀਜ਼ਾਂ ਨੂੰ ਜਿਵੇਂ ਉਹ ਰੇਡੀਓ ਸੁਣਦੇ ਆ ਜਾਂ ਹੋਰ ਕੋਈ ਟੈਲੀਫੋਨ ਆਦਿਕ ਹੋਰ ਸੁਣਦੇ ਆ ਅੱਜ ਕੱਲ ਉਹ ਲੰਮਾ ਸਾਰਾ ਏਰੀਅਲ ਜਿਹਾ ਕੱਢ ਲੈਂਦੇ ਨੇ ਬਾਹਰ ਨੂੰ ਸੋ ਇਸ ਕਰਕੇ ਉਹ ਫਿਰ ਹੌਲੀ ਹੌਲੀ ਜਦੋਂ ਗੱਲਬਾਤ ਕਰ ਲਈ ਸਾਰਾ ਇਕੱਠਾ ਕਰ ਦਿੰਦੇ ਨੇ ਇੱਕ ਦੇ ਵਿੱਚ ਦੂਜਾ ਦੂਜੇ ਤੀਜਾ ਸਮਾ ਜਾਂਦਾ ਉਹ ਛੋਟਾ ਜਿਹਾ ਹੀ ਰਹਿ ਜਾਂਦਾ ਇਸੇ ਤਰ੍ਹਾਂ ਹੀ ਇਹ ਜਿਹੜਾ ਸਾਰਾ ਕੁਝ ਬ੍ਰਹਮ ਦੇ ਵਿੱਚੋਂ ਬਾਹਰ ਨੂੰ ਆਇਆ ਹੋਇਆ
ਉਹ ਬ੍ਰਹਮ ਵਿੱਚ ਹੀ ਲੀਨ ਕਰ ਲੈਣਾ। ਕਿਸ ਢੰਗ ਦੇ ਨਾਲ? ਅਥਵਾ ਕਹਿੰਦੇ ਵਿਲੈ ਕਰਨਾ ਇੱਕ ਦੂਜੇ ਦੇ ਵਿੱਚ। ਉਹ ਮਾਂ ਨੂੰ ਹੁਣ ਕਿਵੇਂ ਵਿਲੈ ਕਰਦੇ ਨੇ? ਕਹਿੰਦੇ ਆਕਾਰ ਦੇ ਵਿੱਚ ਓਕਾਰ ਨੂੰ ਲੀਨ ਕਰ ਲੈਣਾ, ਵਿਲੈ ਓਕਾਰ ਦੇ ਵਿੱਚ ਮਕਾਰ ਨੂੰ ਉਹਦੇ ਵਿੱਚ ਲੀਨ ਕਰ ਲੈਣਾ। ਹੁਣ ਸਾਰਾ ਕੁਝ ਪਿੱਛੇ ਨੂੰ ਮੋੜ ਲਿਆ ਵਾਪਸ। ਅਰਧ ਮਾਤਰ ਮੈਂ ਕਰਮ ਕਾਰ ਲੇ ਅਰਧ ਮਾਤਰ ਕੋ ਪੁਰਖ ਉਦਾਰ। ਉਹ ਜਿਹੜੀ ਅਰਧ ਮਾਤਰਾ ਹੁੰਦੀ ਉੱਪਰਲੇ ਪਾਸੇ, ਕਹਿੰਦੇ ਉਹਨੂੰ ਮਕਾਰ ਦੇ ਵਿੱਚ ਲੀਨ ਕਰ ਲਿਆ, ਤੇ ਅਰਧ ਮਾਤਰ ਨੂੰ ਫਿਰ ਜਿਹੜਾ ਸੀ ਪੁਰਖ ਉਦਾਰ ਈਸ਼ਵਰ ਇਹਦੇ ਵਿੱਚ ਲੀਨ ਕਰ ਲਿਆ। ਜਿਵੇਂ ਆਪਾਂ ਊੜਾ ਲਿਖੀਏ ਜਾਂ ਓੰਕਾਰ ਲਿਖੀਏ, ਓੰਕਾਰ ਸਿੱਧਾ ਲਿਖੋ ਪਹਿਲਾਂ, ਇਹ ਗੱਲ ਸਮਝਣ ਵਾਸਤੇ ਹੈ। ਹੁਣ ਓੰਕਾਰ ਨੂੰ ਪੁੱਠਾ ਲਿਖੋ, ਪੁੱਠਾ ਉੱਤੋਂ ਸ਼ੁਰੂ ਕਰੋ, ਜਿਹੜੀ ਉਹ ਕਾਰ ਹੈ, ਫਿਰ ਥੱਲੇ ਨੂੰ ਲਾਈਨ ਉਲਟੀ ਵਾਪਸ ਮੋੜ ਲਓ, ਵਾਪਸ ਮੋੜ ਲਈ ਲਾਈਨ, ਸਾਰਾ ਊੜਾ ਵਾਪਸ ਕਰਕੇ ਲਿਖ ਲਿਆ। ਜਿਵੇਂ ਇਸੇ ਤਰ੍ਹਾਂ ਜਿਵੇਂ ਪਹਿਲਾਂ ਊੜਾ ਖੋਲਿਆ ਸੀ ਬਾਹਰ ਨੂੰ, ਓੰਕਾਰ ਕਹਿ ਕੇ ਸ੍ਰਿਸ਼ਟੀ ਬਣਾਤੀ ਪਰਮੇਸ਼ਰ ਨੇ। ਜਦੋਂ ਸ੍ਰਿਸ਼ਟੀ ਨੂੰ ਲੈ ਕਰਦਾ ਨਾ ਤਾਂ ਵਾਪਸ ਇੱਕ ਵਾਰ ਫੇਰ ਓੰਕਾਰ ਕਹਿ ਕੇ ਵਾਪਸ ਓੰਕਾਰ ਦੇ ਰਾਹੀਂ ਸ੍ਰਿਸ਼ਟੀ ਨੂੰ ਲੀਨ ਕਰ ਦਿੰਦੇ ਨੇ ਆਪਣੇ ਵਿੱਚ। ਇਸ ਕਰਕੇ ਕਹਿੰਦੇ ਬਿਰਤੀ ਵਿੱਚ ਵੀ ਇਹ ਗੱਲ ਬਣ ਜਾਂਦੀ ਹੈ। ਬਿਰਤੀ ਦੇ ਵਿੱਚ ਇਹਨਾਂ ਸਾਰੀਆਂ ਅੱਖਰਾਂ ਨੂੰ ਹੀ ਲੀਨ ਕਰ ਲਈਦਾ ਹੈ। ਪੁਰਖ ਪਰਮਾਤਮ ਏਵ ਤਿਸ਼ਟੇ ਬ੍ਰਹਮ ਆਤਮਾ ਛੇਕ ਵਿਚਾਰ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਨਾ ਸਾਰੀਆਂ ਮਾਤਰਾ ਨੂੰ ਇਕੱਤਰ ਕਰਕੇ ਫੇਰ ਕੀ ਦੇਖਣਾ ਹੈ ਕਿ ਇਸ ਤਰੀਕੇ ਦੇ ਨਾਲ ਉਹ ਜਿਹੜਾ ਬ੍ਰਹਮ ਹੈ ਨਾ ਆਤਮਾ, ਉਹਨੂੰ ਕੱਲਾ ਵਿਚਾਰਨਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਹੌਲੀ 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 ਆਪਣੇ ਅੰਦਰ ਇਕੱਠਾ ਕਰ ਲੈਣਾ। ਇਕੱਠਾ ਕਰਕੇ ਅਥਵਾ ਕਹਿੰਦੇ ਆਕਾਰ ਨੂੰ ਓਕਾਰ ਵਿੱਚ ਲੀਨ ਕਰੇ, ਓਕਾਰ ਨੂੰ ਮਕਾਰ ਵਿੱਚ, ਤੇ ਮਕਾਰ ਨੂੰ ਅਰਧ ਮਾਤਰਾ ਵਿੱਚ, ਅਰਧ ਮਾਤਰਾ ਨੂੰ ਪੁਰਖ ਵਿੱਚ ਲੀਨ ਕਰੇ, ਤੇ ਪੁਰਖ ਨੂੰ ਪਰਮਾਤਮਾ ਵਿੱਚ ਸਥਿਤ ਕਰੇ। ਹੁਣ ਕੀ ਰਹਿ ਗਿਆ ਆਪਣੇ ਕੋਲੇ? ਬ੍ਰਹਮ ਆਤਮਾ ਬਾਕੀ ਰਹਿ ਗਿਆ। ਇਹ ਵਿਚਾਰ ਲਓ ਕਿ ਭਾਵ ਆਤਮਾ ਬ੍ਰਹਮ ਰੂਪ ਜਾਣਿਆ ਗਿਆ ਹੈ। ਇਸ ਤਰ੍ਹਾਂ ਆਤਮਾ ਨੂੰ ਬ੍ਰਹਮ ਰੂਪ ਜਾਣਦੇ ਹਨ ਸਿਆਣੇ। ਇਤੀ ਉਪਾਸ਼ਨਾ ਨਰ ਕੁਰਿਆਤੈ ਭਿੰਨ ਭਿੰਨ ਲੀਜੈ ਉਰਧਾਰ। ਇਹ ਵੱਖੋ ਵੱਖਰੀਆਂ ਉਪਾਸ਼ਨਾ ਕੁਰਿਆਤਹਿ ਤੋਂ ਭਾਵ ਕਰਦੇ ਹਨ ਸਾਰੇ ਜੀਵ। ਇਹ ਉਪਾਸ਼ਨਾ ਇਹ ਜਿਹੜੀਆਂ ਕਰਦੇ ਨੇ ਸਾਰੇ ਜੀਵਾਂ ਦੇ ਆਪੋ ਆਪਣੇ ਢੰਗ ਤਰੀਕੇ ਨੇ। ਕੋ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ। ਜੇ ਆਪਾਂ ਕਹੀਏ ਕਿ ਤੂੰ ਬਈ ਸਰਗੁਣ ਦੀ ਉਪਾਸ਼ਨਾ ਕਿਉਂ ਕਰਦਾ, ਤੂੰ ਨਿਰਗੁਣ ਦੀ ਕਿਉਂ ਕਰਦਾ, ਤੂੰ ਕੱਲੀ ਉਪਾਸ਼ਨਾ ਕਿਉਂ ਕਰਦਾ, ਇਹ ਉਹਨਾਂ ਦੀ ਬਿਰਤੀ ਦੇ ਹਿਸਾਬ ਨਾਲ ਹੈ। ਜਿਨ੍ਹਾਂ ਦੀ ਜਿਹੀ ਜੀ ਬਿਰਤੀ ਹੁੰਦੀ ਹੈ। ਹੁਣ ਆਪਾਂ ਇੱਥੇ ਇੰਨੇ ਜਾਣੇ ਬੈਠੇ ਆ, ਆਪਣੀ ਸਾਰਿਆਂ ਦੀ ਗੱਲ ਆਪਸ 'ਚ ਰਲਦੀ ਨਹੀਂ, ਬਿਰਤੀ ਵੀ ਨਹੀਂ ਰਲਦੀ। ਤੇ ਇਸ ਕਰਕੇ ਸਾਰਿਆਂ ਦੀ ਆਪੋ ਆਪਣੀ ਬਿਰਤੀ ਹੈ। ਜਿੱਥੇ ਕਿ ਜਿੰਨਾ ਦਿਮਾਗ ਕੰਮ ਕਰਦਾ ਹੈ, ਜਿੰਨਾ ਕੁ ਵਾਹਿਗੁਰੂ ਕਿਸੇ ਨੂੰ ਸੋਝੀ ਦਿੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆਪਾਂ ਨੂੰ ਤਾਂ ਸਿੱਧਾ ਨਿਰਗੁਣ ਜੀ ਲੈ ਗਏ ਨੇ। ਮੂਲ ਮੰਤਰ ਪੜ੍ਹਦੇ ਜਾਓ ਤੇ ਉਹਦੇ ਅਰਥ ਵਿਚਾਰਦੇ ਜਾਓ, ਸਭ ਤੋਂ ਵਧੀਆ ਹੈ। ਜਪਜੀ ਸਾਹਿਬ ਅਰਥਾਂ ਸਮੇਤ ਵਿਚਾਰ ਲਓ ਰੋਜ਼, ਮੂਲ ਮੰਤਰ ਦੀ ਵਿਚਾਰ ਕਰ ਲਓ ਰੋਜ਼। ਤੇ ਇਸੇ ਪ੍ਰਕਾਰ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੋ ਸਰਬ ਵਿਆਪਕ ਪਰਿਪੂਰਨ ਹੈ, ਉਹ ਵੀ ਕਰ ਲੈਣਾ ਤੇ ਸਾਰਿਆਂ ਵਿੱਚ ਦੇਖਣਾ। ਇਹ ਨੇਤਰੋ ਮੇਰਿਓ ਹਰ ਤੁਮ ਹੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਾ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹਿ ਨਾਨਕੇ ਨੇਤਰੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸਾਰਿਆਂ 'ਚ ਬ੍ਰਹਮ ਹੀ ਬ੍ਰਹਮ ਦੇਖਣਾ। ਅਥਵਾ ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਇਲ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣਾ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇਸ ਤਰ੍ਹਾਂ ਵੀ ਸੋਝੀ ਦੇ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ। ਇਹ ਵੀ ਕਹਿੰਦੇ ਨੇ, ਕਹਿੰਦੇ ਦੇਖੋ ਭਾਈ ਸਾਰਿਆਂ 'ਚ ਬ੍ਰਹਮ ਜਾਣ ਕੇ ਦਇਆ ਕਰੋ, ਲੰਗਰ ਵਰਤਾਓ, ਵੰਡ ਛਕੋ। ਇਹ ਵੀ ਕਹਿੰਦੇ ਆ ਕਿ ਦੁਨੀਆ ਨਾਸਵੰਤ ਹੈ। ਦੋਨੋਂ ਪੱਖਾਂ ਵਿੱਚ ਹੀ ਆਪਾਂ ਨੇ ਸਮਝ ਲੈਣਾ ਕਿ ਉਪਾਸ਼ਨਾ ਕਿਸ ਢੰਗ ਦੇ ਨਾਲ ਕਰਨੀ ਹੈ। ਸਵਈਆ ਛੰਦ ਸਤਿਅੰ ਗਿਆਨ ਮਨੰਤੰ ਬ੍ਰਹਮ ਜੋ ਤਤਮਸਿਆਦ ਵਾਕ ਜੇ ਚਾਰ। ਹੁਣ ਕਹਿੰਦੇ ਨੇ ਗਿਆਨ ਕਾਂਡ ਸੁਣਾਉਂਦੇ ਤੁਹਾਨੂੰ। ਪਹਿਲਾਂ ਕਰਮ ਕਾਂਡ ਸੁਣਾਇਆ ਸੀਗਾ, ਫਿਰ ਉਪਾਸ਼ਨਾ ਸੁਣਾਈ ਸੀਗੀ, ਕਿਉਂਕਿ ਇਹ ਚੀਜ਼ਾਂ ਕਥਾ 'ਚ ਬਾਅਦ 'ਚ ਕੰਮ ਦਿੰਦੀਆਂ ਨੇ। ਪਹਿਲਾਂ ਸੁਣਨ ਨੂੰ ਔਖੀਆਂ ਲੱਗਦੀਆਂ ਨੇ, ਫਿਰ ਤਾਂ ਅਸੀਂ ਛੇਤੀ ਛੇਤੀ ਕਹਿ ਕੇ ਲੰਘ ਜਾਂਦੇ ਹਾਂ ਕਿ ਕਰਮ ਉਪਾਸ਼ਨਾ ਤੇ ਗਿਆਨ ਦੇ ਨਾਲ ਇਹ ਚੀਜ਼ਾਂ ਮਿਟਦੀਆਂ। ਜਿਹੜੀਆਂ ਮਲ ਵਿਖੇਪ ਤੇ ਅਵਰਨ, ਉਹ ਕਹਿ ਕੇ ਜੇ ਲੰਘ ਗਏ ਤੁਸੀਂ ਕਹੋਗੇ ਪਤਾ ਨਹੀਂ ਕੀ ਕਹਿ ਕੇ ਚਲਿਆ ਗਿਆ।
ਹੁਣ ਜੇ ਸੁਣ ਲਈਏ ਤਾਂ ਚੰਗੀ ਗੱਲ। ਅਥ ਗਿਆਨ ਕਾਂਡ ਹੁਣ ਸ਼ੁਰੂ ਕਰਦੇ ਨੇ। ਕਹਿੰਦੇ ਸਤਿਅੰ ਗਿਆਨਮ ਅਨੰਤੰ ਬ੍ਰਹਮ। ਇਹ ਦੁਬਾਰਾ ਦੋਨੋਂ ਵਾਕ ਫੇਰ ਆ ਰਹੇ ਨੇ। ਜਿਹੜੇ ਵਾਕ ਨੇ ਮਹਾਵਾਕ ਤੇ ਅਵੰਤਰ ਵਾਕ, ਵਖਰੇਵੇਂ ਵਾਲੇ ਦੋਨੇ ਵਾਕ ਦਿੰਦੇ ਨੇ ਆਨੰਦ ਆਪਾਂ ਨੂੰ। ਸਤਿਅੰ ਬ੍ਰਹਮ ਸਤ ਹੈ, ਬ੍ਰਹਮ ਗਿਆਨ ਰੂਪ ਹੈ, ਬ੍ਰਹਮ ਬੇਅੰਤ ਹੈ। ਅਤਵਾ ਜਿਹੜਾ ਇਹ ਤਤਵਮਸਿਆਦ ਬ੍ਰਹਮ ਲਿਖਿਆ ਸੀਗਾ ਕਿ ਮੈਂ ਹੀ ਬ੍ਰਹਮ ਹਾਂ, ਵਾਕ ਜਿਹੜੇ ਚਾਰੇ ਹਨ। ਸਰਬਾਤਮ ਬ੍ਰਹਮ, ਬ੍ਰਹਮ ਸਰਬ ਆਤਮ, ਅਦੁੱਤੀ ਦ્વੈਤ ਨਾਸਤੀ ਧਾਰ। ਹੁਣ ਇਹਨਾਂ ਗੱਲਾਂ ਨੂੰ ਸੁਣ ਕੇ ਕਹਿੰਦੇ ਸਰਬਾਤਮ ਬ੍ਰਹਮ, ਸਾਰੀਆਂ ਆਤਮਾ ਵਿੱਚ ਬ੍ਰਹਮ ਏਕ ਕ੍ਰਿਸ਼ਨੰ ਸਰਬਦੇਵਾ ਦੇਵ ਦੇਵਾਤ ਆਤਮਾ। ਆਸਾ ਦੀ ਵਾਰ ਵਿੱਚ ਵੀ ਪੜ੍ਹਦੇ ਆਂ। ਸਹਿਸ ਕੀਰਤੀ ਲਿਖਣ ਤੋਂ ਪਹਿਲਾਂ ਪੰਜਵੇਂ ਪਾਤਸ਼ਾਹੀ ਸਹਿਸ ਕੀਰਤੀ ਦੇ ਸ਼ਲੋਕ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਇਹੀ 4 ਸ਼ਲੋਕ ਉੱਪਰ ਵੀ ਲਿਖੇ ਹੋਏ ਨੇ ਸਹਿਸ ਕੀਰਤੀ ਦੇ। ਇਹ ਕ੍ਰਿਸ਼ਨੰ ਸਰਬਦੇਵਾ ਦੇਵ ਦੇਵਾਤ ਆਤਮਾ ਹੈ। ਇਸ ਕਰਕੇ ਇਹ ਸਾਰਾ ਕੁਝ ਉੱਥੇ ਵੀ ਲਿਖਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਜਿਹੜੀ ਬਿਸ਼ਨ ਦੱਤ ਪੰਡਤ ਉਹਨਾਂ ਨੂੰ ਕਥਾ ਸੁਣਾਈ ਸੀ ਬ੍ਰਹਮ ਦੀ, ਕਿ ਜੇ ਸਾਰਿਆਂ ਵਿੱਚ ਬ੍ਰਹਮ ਦੇਖਣਾ, ਜੇ ਕੋਈ ਦੇਖੇ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ। ਕਹਿੰਦੇ ਜੇ ਕੋਈ ਇਹ ਕਹੇ, ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਸਾਰਿਆਂ ਵਿੱਚ ਬ੍ਰਹਮ ਹੀ ਬ੍ਰਹਮ ਹੈ, ਕਹਿੰਦੇ ਮੈਂ ਉਹਦਾ ਦਾਸ ਹਾਂ। ਤਾਂ ਇੱਥੇ ਕਹਿੰਦੇ ਸਰਬਾਤਮ ਬ੍ਰਹਮ, ਸਾਰਿਆਂ ਵਿੱਚ ਬ੍ਰਹਮ ਹੈ ਤੇ ਬ੍ਰਹਮ ਸਰਬਾਤਮ, ਬ੍ਰਹਮ ਸਾਰਿਆਂ ਦਾ ਆਤਮਾ ਰੂਪ ਹੈ ਤੇ ਆਤਮਾ ਹੀ ਬ੍ਰਹਮ ਹੈ। ਇਹਨਾਂ ਦੋਨਾਂ ਨੂੰ ਇੱਕੋ ਰੂਪ ਕਰਕੇ ਜਿਹੜਾ ਬੰਦਾ ਜਾਣ ਲੈਂਦਾ, ਬਾਕੀ ਕਹਿੰਦੇ ਸਾਰਾ ਕੁਝ ਨਾਸਵੰਤ ਹੈ। ਸਤਿਅੰ ਗਿਆਨ ਅਨੰਤ ਆਤਮਾ, ਬ੍ਰਹਮ ਏਕ ਅਦਵੈ ਨਿਰਧਾਰ। ਜਿਹੜਾ ਆਪਾਂ ਪਹਿਲਾਂ ਕਿਹਾ ਸੀ ਕਿ ਬ੍ਰਹਮ ਸਤ ਹੈ, ਗਿਆਨ ਸਰੂਪ ਹੈ, ਬੇਅੰਤ ਹੈ, ਇਹ ਅੱਖਰ ਪਹਿਲਾਂ ਵੀ ਆ ਚੁੱਕੇ ਜਿਹੜੇ ਆਤਮਾ ਬ੍ਰਹਮ ਏਕ ਅਦਵੈ ਨਿਰਧਾਰ। ਕਹਿੰਦੇ ਆਤਮਾ ਅਤੇ ਜਿਹੜਾ ਬ੍ਰਹਮ ਹੈ ਉਹ ਵੀ ਸੱਤ ਹੈ ਤੇ ਉਹ ਵੀ ਸੱਤ ਹੈ। ਇਉਂ ਹੁਣ ਨਿਰਧਾਰ ਕਰ, ਆਪਣੇ ਅੰਦਰ ਵਿਚਾਰ ਕਰ ਕਿ ਆਤਮਾ ਅਤੇ ਪਰਮਾਤਮਾ ਦੋਨੋਂ ਹੀ ਇੱਕ ਰੂਪ ਨੇ। ਉਹ ਕਿਵੇਂ? ਕਹਿੰਦੇ ਇਉਂ ਜਾਣ ਜਿਵੇਂ ਨਦੀ ਜਾਂ ਸਰੋਵਰ ਦਾ ਪ੍ਰਮਾਣ ਸਮੁੰਦਰ ਨਾਲ ਰਲਾ ਲਈਏ ਬਈ ਜਿਹੜਾ ਇਹ ਪਾਣੀ ਹੈ ਇਹ ਵੀ ਪਾਣੀ ਹੈ ਤੇ ਉਹ ਵੀ ਪਾਣੀ ਹੈ। ਇਹ ਪਾਣੀ ਦਾ ਵੀ ਬਾਸ਼ਪੀਕਰਨ ਹੋ ਕੇ ਉੜ ਜਾਂਦਾ, ਉਹਦਾ ਵੀ ਉੜ ਜਾਂਦਾ। ਇਹਨਾਂ 'ਚ ਹੁਣ ਕੋਈ ਫਰਕ ਤਾਂ ਰਹਿੰਦਾ ਨਹੀਂ ਹੈ। ਇਸੇ ਪ੍ਰਕਾਰ ਦੋਨਾਂ ਚੀਜ਼ਾਂ ਨੂੰ ਆਪਸ ਵਿੱਚ, ਆਤਮਾ ਨੂੰ ਤੇ ਬ੍ਰਹਮ ਨੂੰ ਆਪਸ ਵਿੱਚ ਮਿਲਾਈ ਜਾਣਾ ਕਿ ਇਹ ਵੀ ਸੱਤ ਹੈ, ਉਹ ਵੀ ਸੱਤ ਹੈ, ਉਹ ਵੀ ਅਨੰਤ ਹੈ, ਉਹ ਵੀ ਅਨੰਤ ਹੈ, ਉਹ ਵੀ ਅਦਵੈਤ ਰੂਪ ਹੈ, ਉਹਦੀ ਵੀ ਅਦਵੈਤ ਰੂਪ ਹੈ। ਇਸ ਦਾ ਦੋਨਾਂ ਨੂੰ ਇੱਕੋ ਰੂਪ ਕਰ ਕਰਕੇ ਜਾਣਨਾ, ਇਹ ਬਹਿ ਕੇ ਵਿਚਾਰ ਹੁੰਦੀ ਹੈ। ਇਹ ਤਾਂ ਕਥਾ ਹੈ। ਕਥਾ ਵਿੱਚ ਬਹਿ ਕੇ ਤਾਂ ਆਪਾਂ ਇੰਨਾ ਕੁਝ ਨਹੀਂ ਕਰ ਸਕਦੇ। ਇਹ ਤਾਂ ਜਦੋਂ ਆਪਾਂ ਇਕੱਲੇ ਬੈਠੇ ਕਿਤੇ ਵਾਹਿਗੁਰੂ ਮੰਤਰ ਦਾ ਸਿਮਰਨ ਕਰਨ, ਉਦੋਂ ਵਿਚਾਰਾਂਗੇ ਕਿ ਉਹ ਜੋ ਬ੍ਰਹਮ ਹੈ ਉਹ ਵੀ ਸੱਤ ਹੈ ਤੇ ਜਿਹੜੀ ਮੇਰੇ ਅੰਦਰ ਆਤਮਾ ਹੈ ਇਹ ਵੀ ਸੱਤ ਹੈ। ਉਹ ਜਿਹੜਾ ਬ੍ਰਹਮ ਹੈ ਉਹ ਵੀ ਨਾਸ਼ ਨਹੀਂ ਹੁੰਦਾ ਤੇ ਮੇਰੀ ਆਤਮਾ ਵੀ ਨਾਸ਼ ਨਹੀਂ ਹੁੰਦੀ। ਇਸ ਤਰ੍ਹਾਂ ਆਪਣੇ ਆਪ ਨੂੰ ਉਸ ਬ੍ਰਹਮ ਦੇ ਨਾਲ ਜੋੜਨਾ, ਲੀਨ ਕਰਨਾ, ਵਾਹਿਗੁਰੂ ਵਾਹਿਗੁਰੂ ਕਰਨਾ, ਇਸ ਤਰੀਕੇ ਦੇ ਨਾਲ ਜੀਵ ਨੂੰ ਬ੍ਰਹਮ ਦਾ ਗਿਆਨ ਆਪਣੇ ਅੰਦਰ ਛੇਤੀ ਪ੍ਰਗਟ ਹੋ ਜਾਂਦਾ ਹੈ। ਕਰਮ ਉਪਾਸ਼ਨ ਦੋ ਬਿਵਰਜਿਤ, ਪੁਰਖ ਸਾਧ ਤੇ ਵਰਜਿਤ ਹੋਏ। ਹੁਣ ਕਹਿੰਦੇ ਇੱਥੇ ਆ ਕੇ ਕਰਮ ਤੇ ਉਪਾਸ਼ਨਾ ਦੋਨੇ ਵਿਵਰਜਿਤ ਹੋ ਜਾਂਦੀਆਂ ਨੇ। ਪੁਰਖ ਸਾਧਿਆ ਤੇ ਵਰਜਿਤ ਹੋਏ। ਇਸ ਕਰਕੇ ਜਿਹੜਾ ਸਾਧਨਾ ਕਰਨ ਵਾਲਾ ਪੁਰਖ ਹੈ ਨਾ, ਪੁਰਖਾਂ ਦੇ ਜਿਹੜਾ ਨਾ ਸਾਧਿਆ ਯੋਗ ਪੁਰਖ ਹੈ, ਉਹ ਹੋਣੇ ਕਰਕੇ ਉਹ ਸਾਰੇ ਕਰਮ ਇੱਥੇ ਮਨਾ ਹੋ ਜਾਂਦੇ ਨੇ ਆ ਕੇ, ਕਿਉਂਕਿ ਉਹ ਕਰਮ ਹੁਣ ਰਹਿ ਗਏ, ਖਤਮ ਹੋ ਗਏ। ਬਸ ਉਹਨਾਂ ਕਰਮਾਂ ਦੀ ਹੁਣ ਲੋੜ ਨਹੀਂ। ਹੁਣ ਤਾਂ ਆਪਾਂ ਪਹਿਲਾਂ ਮੋਟੇ ਕਰਮ ਕਰਦੇ ਆਂ, ਫਿਰ ਉਸ ਤੋਂ ਛੋਟੇ ਕਰਮ ਕਰਦੇ ਆਂ, ਫਿਰ ਉਸ ਤੋਂ ਛੋਟੇ ਕਰਦੇ ਆਂ, ਅਖੀਰ ਤਾਂ ਅੰਦਰ ਸਮਾਧੀ ਲਾ ਕੇ ਇੱਕ ਗੱਲ ਕਰਦੇ ਆਂ ਕਿ ਇਹ ਜਿਹੜਾ ਬ੍ਰਹਮ ਹੈ ਇਹ ਬ੍ਰਹਮ ਸਾਰੇ ਵਿਆਪਕ ਹੈ, ਉਹੀ ਬ੍ਰਹਮ ਮੇਰੇ ਅੰਦਰ ਹੈ। ਇੱਥੇ ਜਿਹੜੀ ਗੱਲ ਕਹੀ ਹੈ ਕਿ ਉਹ ਵੀ ਸੱਤ ਹੈ, ਮੈਂ ਵੀ ਸੱਤ ਹਾਂ, ਵਾਹਿਗੁਰੂ। ਇਸ ਤਰ੍ਹਾਂ ਵਿਚਾਰ ਕਰਨੀ ਕਿ ਮੇਰੀ ਜਿਹੜੀ ਆਤਮਾ ਹੈ ਇਹੀ ਬ੍ਰਹਮ ਹੈ। ਕਿਉਂ? ਆਪਣੇ ਆਪ ਨੂੰ ਜਦੋਂ ਹੌਲੀ ਹੌਲੀ ਕਲਪ ਲਵਾਂਗੇ ਨਾ, ਆਪਾਂ ਅਨਾਤਮ ਵਿੱਚੋਂ ਬਾਹਰ ਆਵਾਂਗੇ, ਆਤਮ ਦੇ ਵਿੱਚ ਆ ਜਾਵਾਂਗੇ। ਕਿਉਂਕਿ ਇਸ ਵਕਤ ਆਪਾਂ ਸਾਰੇ ਜੀਵ ਅਨਾਤਮਾ ਵਿੱਚ ਆ। ਅਨਾਤਮਾ ਜਿਹੜੀ ਹੁੰਦੀ ਆ ਬਾਹਰਲਾ ਸਰੀਰ, ਬੁੱਧੀ, ਆ ਪ੍ਰਾਣ, ਆ ਮਨ, ਆ ਇੰਦਰੀਆਂ, ਆ ਵਿਸ਼ੇ ਵਿਕਾਰ, ਇਹ ਖਾਣਾ ਪੀਣਾ, ਇਹਨਾਂ ਸਾਰਿਆਂ ਇਕੱਠਿਆਂ ਦਾ ਨਾਮ ਅਨਾਤਮਾ ਹੈ। ਹੌਲੀ ਹੌਲੀ ਆਪਾਂ ਨੇ ਆਪਣੇ ਅੰਦਰਲੀ ਆਤਮਾ ਨੂੰ ਇਉਂ ਕਹਿਣਾ, ਬਾਰ-ਬਾਰ ਟਕੋਰਨਾ ਉਹਨੂੰ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਮਨ ਨੂੰ ਜਗਾਓ ਬਈ।
ਇਉਂ ਕਹਿ ਕੇ ਬਾਰ-ਬਾਰ ਲੱਖਾਂ ਵਾਰੀ ਇਹ ਜਾਪ ਕਰਨਾ ਪੈਂਦਾ। ਉਹ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਬ੍ਰਹਮ ਰੂਪ ਹੈ ਬੰਦਿਆ। ਮਹਾਰਾਜ ਇਉਂ ਜਗਾਉਂਦੇ ਨੇ ਬਾਰ-ਬਾਰ। ਤਾਈਓ ਤਾਂ ਆਪਾਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸੇ ਕਰਕੇ ਲੋਕੀ ਕਹਿੰਦੇ ਇੰਨਾ ਵਾਹਿਗੁਰੂ ਵਾਹਿਗੁਰੂ ਕਾਹਨੂੰ ਕਰਦੇ ਹੋ ਤੁਸੀਂ, ਜਾਂ ਇੰਨੇ ਪਾਠਾਂ ਦੀ ਕੀ ਲੋੜ ਹੈ? ਇੱਕ ਪਾਠ ਸਵੇਰੇ ਕਰ ਤਾਂ ਲਿਆ ਜਪਜੀ ਸਾਹਿਬ ਦਾ, ਆ 100 ਪਾਠ ਦੀ ਕੀ ਲੋੜ ਹੈ? ਇਹ 100 ਪਾਠ ਦੀ ਲੋੜ ਇਸੇ ਵਾਸਤੇ ਪੈਂਦੀ ਹੈ ਸ਼ਾਮ ਤੱਕ, ਕਿਉਂਕਿ ਜੇ ਆਪਾਂ ਇੰਨਾ ਪਾਠ ਨਾ ਕਰੀਏ ਤਾਂ ਆਪਾਂ ਕੰਮ ਬਹੁਤ ਵੱਡਾ ਕਰਨਾ ਨਾ, ਆਤਮਾ ਤੇ ਪ੍ਰਮਾਤਮਾ ਨੂੰ ਇੱਕ ਕਰਨਾ ਹੈ। ਕੇਵਲ ਗਿਆਨ ਮਾਤਰ ਹੀ ਤਿਸ਼ਟਤ ਗਿਆਨ ਕਾਂਡ ਕੋ ਲੱਛਣ ਜੋਏ। ਇਹ ਗਿਆਨ ਕਾਂਡ ਦੇ ਲੱਛਣ ਨੇ, ਕੇਵਲ ਗਿਆਨ ਮਾਤਰ ਵਿੱਚ ਹੀ ਟਿਕਿਆ ਰਹਿੰਦਾ ਹੈ। ਗਿਆਨ ਜਦੋਂ ਇੱਕ ਵਾਰ ਹੋ ਜੇ ਨਾ, ਜਿਵੇਂ ਆਪਾਂ ਨੂੰ ਇੰਨਾ ਗਿਆਨ ਮਿਲਦਾ ਹੈ, ਆਪਾਂ ਤਾਂ ਚਲੋ ਐਵੇਂ ਬਸ ਠੀਕ ਹੈ ਸਤਸੰਗ ਚ ਆਏ ਆ, ਇਹ ਗਿਆਨ ਨੂੰ ਹਿਰਦੇ ਚ ਬਿਠਾ ਕੇ ਘਰ ਲਿਜਾਣ ਵਾਲਾ ਤਾਂ ਕੋਈ ਹੀ ਬੰਦਾ ਹੋਊਗਾ। ਬਾਕੀ ਤਾਂ ਸਾਰੇ ਇੱਥੇ ਬਾਹਰ ਜਾ ਕੇ ਝੋਲੀ ਝਾੜ ਦੇਣਗੇ, ਚਲੋ ਜੀ ਸੁਣ ਲਿਆ, ਐਵੇਂ ਸੀ, ਸਮਝ ਕੁਛ ਨਹੀਂ ਆਇਆ, ਐਵੇਂ ਬੋਲੀ ਗਿਆ, ਇਹਦੀ ਸਾਖੀ ਚੰਗੀ ਆ, ਤੁਸੀਂ ਇੰਨੇ ਕੁ ਚ ਰਹਿ ਜਾਣਾ ਬਸ। ਇਸ ਕਰਕੇ ਇਦੋਂ ਗਾਂ ਨਹੀਂ ਵਧਣਾ। ਮਹਾਰਾਜ ਕਹਿੰਦੇ ਇਹ ਗਿਆਨ ਹਿਰਦੇ ਵਿੱਚ ਟਿਕਾ ਕੇ ਲੈ ਜਾਓ ਤੇ ਜਾ ਕੇ ਅਭਿਆਸ ਕਰੋ, ਗੱਲਾਂ ਨਾ ਕਰੋ, ਵਾਹਿਗੁਰੂ ਵਾਹਿਗੁਰੂ ਕਰੋ, ਤੁਰੇ ਜਾਂਦੇ ਬਾਣੀ ਪੜ੍ਹੀ ਜਾਓ, ਗੋਬਿੰਦੇ ਮੁਕੰਦੇ ਜਪੀ ਜਾਓ। ਇਸ ਤਰ੍ਹਾਂ ਆਪਾਂ ਗਿਆਨ ਦੇ ਵਿੱਚ ਟਿਕ ਕੇ ਰਹਿਣਾ ਹੈ। ਗਿਆਨ ਕਾਂਡ ਉਪਨਿਸ਼ਦ ਕੈ ਸਭ ਵੇਦ ਅੰਤ ਵੇਦਾਂ ਤਕ ਹੋਏ। ਇਸ ਕਰਕੇ ਜਿਹੜਾ ਗਿਆਨ ਕਾਂਡ ਹੈ ਸਾਰੀਆਂ ਉਪਨਿਸ਼ਦਾਂ ਕਹਿੰਦੀਆਂ ਨੇ, ਤੇ ਵੇਦਾਂ ਦੇ ਵਿੱਚ ਜਿਹੜਾ ਹੈ ਨਾ, ਵੇਦਾਂ ਦਾ ਜਿਹੜਾ ਅੰਤ ਹੈ ਉਹਨੂੰ ਵੇਦਾਂਤ ਕਿਹਾ ਜਾਂਦਾ ਹੈ। ਜੈ ਲੋ ਪੁਰਖ ਸਾਧ ਕਰਤੱਬਯੰ ਪੁਰਬ ਬਿਮਾਸਾ ਕਰੈ ਬਖਾਨ। ਕਹਿੰਦੇ ਜਿੱਥੋਂ ਤੱਕ ਇਨਸਾਨ ਦੇ ਸਾਧਣੇ ਯੋਗ ਕਰਤੱਬ ਨੇ ਨਾ, ਉਹਨੂੰ ਪੂਰਬ ਮੀਮਾਂਸਾ ਕਹਿੰਦੇ ਹਨ। ਤੈ ਲਗ ਸ਼ਬਦ ਵੇਦ ਏਕ ਹੀ ਹੈ, ਜਹਾਂ ਜਾਨ ਵੋ ਜਾਨ ਸੁਜਾਨ। ਉੱਥੋਂ ਤੱਕ ਪਦ ਜਿਹੜਾ ਅਰਥ ਹੈ ਵੇਦ ਕਹੀਦਾ ਹੈ, ਪਰ ਜਿੱਥੇ ਜਾ ਕੇ ਜਾਣਨ ਯੋਗ ਨੂੰ ਜਾਣ ਲਈਦਾ ਹੈ ਪਿਆਰਿਓ, ਉਹਨੂੰ ਕਹਿੰਦੇ ਨੇ ਵੇਦਾਂਤ। ਜਦੋਂ ਆਪਾਂ ਉਹਨੂੰ ਜਾਣ ਲਿਆ, ਜਦੋਂ ਸਾਰਾ ਕੁਝ ਸਮਝ ਲਿਆ, ਪਹਿਲਾਂ ਸਾਰਾ ਆਪਾਂ ਨਕਸ਼ਾ ਬਣਾਉਣੇ ਮਕਾਨ ਦਾ, ਫਿਰ ਮਕਾਨ ਬਣਦਾ ਹੈ। ਇਸ ਤਰ੍ਹਾਂ ਹੀ ਇੱਥੇ ਪਹਿਲਾਂ ਸਾਰਾ ਨਕਸ਼ਾ ਬਣ ਗਿਆ, ਬ੍ਰਹਮ ਕੀ ਹੈ, ਜੀਵ ਕੀ ਹੈ, ਈਸ਼ਵਰ ਕੀ ਹੈ, ਮਾਇਆ ਕੀ ਹੈ, ਵਿਕਾਰ ਕੀ ਹੈ। ਫਿਰ ਆਪਾਂ ਹੁਣ ਜਦੋਂ ਇੰਨਾ ਕੁਝ ਸਮਝ ਲਿਆ ਤਾਂ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਕਰਾਂਗੇ। ਕਵੀ ਸੰਤੋਖ ਸਿੰਘ ਲਖ ਸਰੂਪ ਕੋ ਸਗਰੇ ਸਫਲ ਤਬੈ ਮਨ ਮਾਨ। ਉਹ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਆਪਣੇ ਜਿਹੜਾ ਸਰੂਪ ਹੈ ਨਾ, ਇਹਨੂੰ ਜਾਣ ਕੇ, ਜਦੋਂ ਆਪਾਂ ਆਪਣੇ ਸਰੂਪ ਨੂੰ ਜਾਣ ਲਿਆ, ਇੰਨਾ ਸਾਰਾ ਕੁਝ ਕਰਕੇ ਆਪਣੇ ਸਰੂਪ ਦੀ ਪਹਿਚਾਣ ਹੋ ਗਈ ਜਦੋਂ, ਕਵੀ ਸੰਤੋਖ ਸਿੰਘ ਜੀ ਇਸ ਤਰ੍ਹਾਂ ਕਹਿੰਦੇ ਨੇ ਕਿ ਜਦੋਂ ਇੰਨਾ ਕੁਝ ਆਪਾਂ ਸੁਣਿਆ, ਇਹਨੂੰ ਸੁਣਨਾ ਭਾਈ ਨਿਸ਼ਫਲ ਨਾ ਕਰ ਦਿਓ ਕਿਤੇ। ਇੰਨੀ ਮਿਹਨਤ ਨਾਲ ਕਹਿੰਦੇ ਚੀਜ਼ ਇਕੱਠੀ ਹੋਈ ਵੀ ਹੈ, ਇਹਨੂੰ ਸੁਣ ਕੇ ਜੇ ਤੁਸੀਂ ਆਪਣੇ ਅੰਦਰਲੇ ਸਰੂਪ ਨੂੰ ਪਹਿਚਾਣ ਗਏ ਤਾਂ ਕਹਿੰਦੇ ਮੈਂ ਜਾਣੂ ਮੇਰਾ ਵੀ ਲਿਖਿਆ ਸਫਲ ਹੈ, ਸੁਣਾਉਣ ਵਾਲੇ ਦਾ ਵੀ ਬੋਲਿਆ ਸਫਲ ਹੈ, ਔਰ ਤੁਹਾਡੇ ਕਮਾਉਣ ਵਾਲਿਆਂ ਦਾ ਵੀ ਸਫਲ ਹੈ। ਫੇਰ ਭਾਈ ਚੰਗੀ ਗੱਲ ਹੈ, ਕਹਿੰਦੇ ਭਾਈ ਉਹ ਸਫਲ ਹੈ ਜਿਹੜਾ ਸੁਣ ਕੇ ਉਹਨੂੰ ਕਮਾਵੇ, ਕਮਾ ਕੇ ਵਾਹਿਗੁਰੂ ਦੇ ਦਰਸ਼ਨ ਕਰੇ, ਆਪਣੀ ਆਤਮਾ ਨੂੰ ਅੰਦਰ ਦੇਖ ਲਵੇ, ਉਹ ਭਾਈ ਸਾਰਿਆਂ ਨਾਲੋਂ ਸਫਲ ਹੈ। ਇਉਂ ਬਹਿ ਕੇ ਕਹਿੰਦੇ ਅਭਿਆਸ ਕਰੋ ਕਿ ਜਿਹੜੀ ਮੇਰੀ ਆਤਮਾ ਹੈ ਉਹੀ ਬ੍ਰਹਮ ਹੈ, ਤੇ ਬ੍ਰਹਮ ਵਿਆਪਕ ਹੈ, ਤੇ ਮੈਂ ਉਹ ਬ੍ਰਹਮ ਦਾ ਅੰਸ਼ ਹਾਂ, ਤੇ ਬ੍ਰਹਮ ਸੱਤ ਹੈ ਤੇ ਮੈਂ ਵੀ ਸੱਤ ਹਾਂ। ਇਸ ਤਰੀਕੇ ਨਾਲ ਅਨਾਤਮ ਵਿੱਚੋਂ ਆਤਮਾ ਵਿੱਚ ਆਉਣ ਵਾਸਤੇ ਨਾਲ ਸਤਿਗੁਰੂ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਜੋ ਗੁਰਮੰਤਰ ਹੈ, ਇਹਦਾ ਅਭਿਆਸ ਕਰਦੇ ਜਾਓ। ਵਾਹਿਗੁਰੂ ਵਾਹਿਗੁਰੂ